ਨਮਸਕਾਰ, ਓਮ ਸ਼ਾਂਤੀ, ਸਤਿ ਸ੍ਰੀ ਅਕਾਲ। ਸਤਿਗੁਰੂ ਕਰਤਾ ਪੁਰਖ 'ਚ ਅਸੀਂ ਅੱਜ ਤੁਹਾਡਾ ਸਵਾਗਤ ਕਰਦੇ ਹਾਂ। ਮਿੱਤਰੋ, ਅਸੀਂ ਗੱਲ ਕਰਦੇ ਗਿਆਨ ਦੇ ਬਾਰੇ 'ਚ, ਭਗਤੀ ਦੇ ਬਾਰੇ 'ਚ, ਧਰਮ ਦੇ ਬਾਰੇ 'ਚ ਔਰ ਕੁਛ ਇਹੜੀ ਗੱਲਾਂ ਹੁੰਦੀ ਜਿਹੜੀ ਵਿਵਹਾਰਿਕ ਜੀਵਨ 'ਚ ਜੀ ਜਾਂਦੀ। ਉਹ ਸਭ ਦੇ ਤੁਹਾਡੇ ਪ੍ਰਸ਼ਨ ਸਾਨੂੰ ਆਉਂਦੇ। ਅੱਜ ਵੀ ਮੈਨੂੰ ਕੁਝ ਪ੍ਰਸ਼ਨ ਆਏ ਵੇ, ਹੋ ਸਕਦਾ ਉਹਨਾਂ 'ਚ ਕੋਈ ਇੱਕ ਪ੍ਰਸ਼ਨ ਤੁਹਾਡਾ ਹੋ। ਆਈਏ ਸਤਿਗੁਰੂ ਕਰਤਾ ਪੁਰਖ 'ਚ ਸਾਡੇ ਭਰਾਤਾ ਨਿਰਵੈਰ ਭਾਈ ਸਾਹਿਬ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿਗੁਰੂ ਕਰਤਾ ਪੁਰਖ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਭਾਈ ਸਾਹਿਬ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਓਮ ਸ਼ਾਂਤੀ ਜੀ ਭਾਈ ਸਾਹਿਬ। ਜੀ ਵੈਨ। ਭਾਈ ਸਾਹਿਬ, ਮੈਨੂੰ ਇੱਕ ਪ੍ਰਸ਼ਨ ਆਇਆ ਕਿ ਕਿਆ ਗੀਤਾ ਦਾ ਭਗਵਾਨ ਕਿਸੇ ਲੌਕਿਕ ਨਿਆਲੇ 'ਚ ਸਿੱਧ ਹੋ ਸਕਦਾ, ਜਾਂ ਫਿਰ ਇਹ ਪੁਰਸ਼ਾਰਥ ਕਰਨੇ ਦੀ ਇੱਕ ਵਿਧੀ ਹੈ ਕਿ ਜਿਸ ਦੇ ਦੁਆਰਾ ਬਾਬਾ ਨੇ ਬੋਲਿਆ ਕਿ ਤੁਸੀਂ ਸਰਵ ਦਾ ਸੰਦੇਸ਼, ਮਤਲਬ ਸਰਵ ਆਤਮਾਵਾਂ ਦਾ ਸੰਦੇਸ਼, ਬਾਪ ਦਾ ਇੱਕ ਇੱਕ ਸੰਦੇਸ਼ ਸਭ ਨੂੰ ਪਹੁੰਚਾਓ। ਤਾਂ ਇਹਦਾ ਕੀ ਅਰਥ ਹੋਇਆ? ਮਤਲਬ ਅਸੀਂ ਕੋਈ ਗੱਲ ਇਹ ਹੈ ਕਿ ਇਹ ਭਾਵਨਾ ਔਰ ਸੱਚਾਈ ਜੀ ਦੋਨਾਂ ਗੱਲਾਂ ਦੇ ਇਹਦੇ ਵਿੱਚ ਇਹ ਪ੍ਰਸ਼ਨ ਆ ਜਾਂਦਾ ਹੈ। ਜੀ ਸਾਰੀ ਦੁਨੀਆ ਦੀ ਭਾਵਨਾ ਹੈ ਕਿ ਸ਼੍ਰੀਮਦ ਭਗਵਦ ਗੀਤਾ ਦਾ ਗਿਆਨ ਜਿਹੜਾ ਹੈ ਉਹ ਮਹਾਭਾਰਤ ਦੇ ਸਮੇਂ ਸ੍ਰੀ ਕ੍ਰਿਸ਼ਨ ਨੇ ਦਿੱਤਾ ਸੀ। ਔਰ ਫਿਰ ਜਦੋਂ ਤੁਸੀਂ ਅੱਛੀ ਤਰ੍ਹਾਂ ਸ਼੍ਰੀਮਦ ਭਗਵਦ ਗੀਤਾ ਦੇ ਜਿਹੜੇ 18 ਅਧਿਆਏ ਹੈ ਉਹਦੀ ਸਟੱਡੀ ਕਰੋ ਤੇ ਉਹਦੇ ਵਿੱਚ ਕਈ ਜਗ੍ਹਾ ਸ੍ਰੀ ਭਗਵਾਨੋ ਵਾਚ ਇਹੋ ਜਿਹੇ ਸ਼ਬਦ ਹੁੰਦੇ ਆ ਕਿ ਮੈਂ ਨਿਰਾਕਾਰ ਹੂੰ, ਹਾਂਜੀ, ਮੈਂ ਅਜਨਮਾ ਹੂੰ और मैं कल्प कल्प धर्म गिलानी के समय आता हूँ, अधर्म का विनाश, सत धर्म की स्थापना करने। तो उस समय फिर इशारा जो लास्ट का जो चैप्टर है 18वां अध्याय, उसमें जो जिस तरह की बात कही गई है ਉਹਦੇ ਵਿੱਚ ਬੜਾ ਸਪਸ਼ਟ ਹੋ ਜਾਂਦਾ ਹੈ ਕਿ ਪਰਮਾਤਮਾ ਦਾ ਜਿਹੜਾ ਸਰੂਪ ਜੋ ਅਰਜੁਨ ਨੇ ਸਾਖਸ਼ਾਤਕਾਰ ਕੀਤਾ ਸੀ, ਤੇ ਉਹ ਸਰੂਪ ਤੇ ਲਾਈਟ ਦਾ ਸਰੂਪ ਸੀ। ਔਰ ਉਹ ਜਿਸ ਕਾਰਨ ਉਹ ਕਹਿੰਦੇ ਨੇ ਕਿ इतना लाइट और माइट मेरे को सहन नहीं होंदी, मैनू अपना मोहिनी रूप दिखाओ। तो वो तो स्पष्ट होंदा है कि थोड़ा जा 2-3 बायोग्राफीज मिक्स हो गई हैं, यानी ब्रह्मा दे जरिए देवी देवतियां दी कहानियां चाहुंदा है। कोई भी गल पुछनी है तो ब्रह्मा जी दे कोल जांदे और शिव परमात्मा दा अनादि स्वरूप जिहड़ा ही वो ज्योति स्वरूप है जी, और वो अजन्मा है, अकर्ता है, अभोगता है, सब कुछ है। ते शिव परमात्मा दा जो अपना हुण वायदा है कि धर्म गिलानी दे समय मैं अवतरित होना ही, और वो बड़ा स्पष्ट करते हैं कि श्री कृष्ण धर्म गिलानी दे समय नहीं हो सकते, वो देवता है। ते देवता सत्युग च राज भाग लै करके ਉਹਦੇ 'ਚ ਰਹਿੰਦੇ ਆ। ਤੇ ਇਸ ਕਰਕੇ ਸਾਨੂੰ ਤਿੰਨਾਂ ਦੀ ਬਾਇਓਗ੍ਰਾਫੀ ਅੱਛੀ ਤਰ੍ਹਾਂ ਪਤਾ ਹੋਣੀ ਚਾਹੀਦੀ ਹੈ। ਪਰਮਾਤਮਾ शिव ਦੀ, और साकार माध्यम होना दा ब्रह्मा बाबा, और फिर ਉਹਦੇ फलस्वरूप
ਜੋ ਬ੍ਰਹਮਾ ਪਿਤਾ ਦੀ ਆਤਮਾ ਹੈ, ਉਹ ਜਦੋਂ ਸੰਪੂਰਨ ਬਣ ਕਰਕੇ ਸਤਯੁਗ 'ਚ ਜਨਮ ਲੈਂਦੀ ਹੈ ਤੇ ਉਹ ਸ੍ਰੀ ਕ੍ਰਿਸ਼ਨ ਦਾ ਰੂਪ। ਇਹ ਥੋੜੀ 3 ਬਾਇਓਗ੍ਰਾਫੀਜ਼ ਮਿਕਸ ਹੋ ਗਈਆਂ, ਪਰ ਇਹਦੇ ਵਾਸਤੇ ਜਿਹੜੇ ਭਗਤ ਹੁੰਦੇ ਆ ਉਹ ਹੋਰ ਕੋਈ ਗੱਲ ਸੁਣਨਾ ਨਹੀਂ ਚਾਹੁੰਦੇ। ਹਾਂਜੀ ਹਾਂਜੀ। ਔਰ ਜਿਹੜੇ ਸਕਾਲਰਸ ਹੁੰਦੇ ਆ ਉਹ ਕਦੀ ਕਿਸੇ ਪਾਸੇ ਖਿੱਚ ਕੇ ਲੈ ਜਾਣਗੇ, ਕਦੀ ਕਿਸੇ ਪਾਸੇ ਲੈ ਜਾਣਗੇ। ਤੇ ਹੁਣ ਅਸੀਂ ਤੇ ਬੜੇ ਆਪਣੇ ਆਪ ਨੂੰ ਭਾਗਿਆਸ਼ਾਲੀ ਸਮਝਦੇ ਆ ਕਿ ਸ਼ਿਵ ਬਾਬਾ ਨੇ ਖੁਦ ਹੀ ਆ ਕਰਕੇ, ਕਿਉਂਕਿ ਸ਼ਿਵ ਬਾਬਾ ਰਚਤਾ ਹੈ ਔਰ ਉਹਨਾਂ ਦੀ ਜਿਹੜੀ ਇਹ ਰਚਨਾ ਹੈ ਸ੍ਰਿਸ਼ਟੀ, ਇਹਦੇ ਆਦਿ ਮੱਧ ਅੰਤ ਦਾ ਜਿਹੜਾ ਗਿਆਨ ਹੈ ਉਹਨਾਂ ਕੋਲ ਹੈਗਾ ਹੀ। ਉਹਨਾਂ ਨੇ ਸਾਨੂੰ ਇਹ ਸਪਸ਼ਟ ਕੀਤਾ ਹੀ ਕਿ ਗੀਤਾ ਗਿਆਨ ਦਾਤਾ ਜਿਹੜਾ ਉਹ ਪਿਤਾ ਪਰਮਾਤਮਾ ਹੈ। ਔਰ ਗੀਤਾ ਗਿਆਨ ਦੇਣ ਵੇਲੇ ਸਾਕਾਰ 'ਚ ਨਿਮਿਤ ਮਾਧਿਅਮ ਹੈ ਬ੍ਰਹਮਾ ਬਾਬਾ। ਔਰ ਫਿਰ ਉਹਦਾ ਰਿਜ਼ਲਟ ਕੀ ਹੈ ਕਿ ਮਨੁਸ਼ ਤੋਂ ਦੇਵਤਾ ਬਣਦੇ ਆ, ਨਰ ਤੋਂ ਸ੍ਰੀ ਨਾਰਾਇਣ ਬਣਦੇ ਆ। ਤੇ ਉਹ ਸ੍ਰੀ ਕ੍ਰਿਸ਼ਨ ਦਾ ਜਿਹੜਾ ਰੂਪ ਹੈ ਉਹ ਬਚਪਨ ਦਾ ਸ੍ਰੀ ਕ੍ਰਿਸ਼ਨ ਹੈ ਔਰ ਸਵੰਵਰ ਤੋਂ ਬਾਅਦ ਸ੍ਰੀ ਨਾਰਾਇਣ ਬਣਦੇ। ਤੇ ਉਹ ਫਿਰ ਸਤਯੁਗ ਦਾ ਰੂਪ ਹੈ ਜੀ। ਬਿਲਕੁਲ, ਇਹ ਤਾਂ ਤੁਸੀਂ ਸਾਨੂੰ ਇੱਕ ਸੰਦੇਸ਼ ਦਿੱਤਾ ਕਿ ਕ੍ਰਿਸ਼ਨ ਤੇ ਸ਼ਿਵ ਦਾ। ਤੇ ਕਿਆ ਇੱਕ ਜਿਹੜੇ ਜੱਜ ਹੈ ਉਹ ਮੈਨੂੰ ਮੈਸੇਜ ਕੀਤਾ, ਉਹਨਾਂ ਨੇ ਬੋਲਿਆ ਕਿ ਕਿਆ ਕੋਈ ਲੌਕਿਕ ਦੁਨੀਆ ਵਾਲਾ ਜਿੱਦਾਂ ਮੈਂ ਹੀ ਹੈ ਇਹ ਨਿਰਣੇ ਕਰ ਸਕਦਾ ਕਿ ਸ਼੍ਰੀ ਕ੍ਰਿਸ਼ਨ ਜਿਹੜਾ ਹੈ ਗੀਤਾ ਦਾ ਭਗਵਾਨ ਨਹੀਂ ਹੈ, ਨਿਰਾਕਾਰ ਪਰਮਾਤਮਾ ਹੀ ਸ਼ਿਵ ਹੈ, ਇੱਕ ਮਨੁੱਖ ਸਿੱਧ ਕਰ ਸਕਦਾ? ਇਹ ਤਾਂ ਭਗਵਾਨ ਨੇ ਆ ਕੇ ਦਿੱਤਾ ਸਾਨੂੰ ਪਰਿਚੈ। ਸਿੱਧ ਕੋਈ ਵੀ ਕਰੇਗਾ, ਪ੍ਰੈਕਟੀਕਲ ਦੇਖਿਆ ਹੀ। ਲੋਕ ਲਿਖ ਕੇ ਵੀ ਚਲੇ ਜਾਂਦੇ ਆ ਕਿ ਹਾਂ ਗੀਤਾ ਦਾ ਭਗਵਾਨ ਪਰਮਾਤਮਾ ਸ਼ਿਵ ਹੈ, ਔਰ ਬਾਅਦ 'ਚ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਅੱਛਾ ਵੀ ਤੁਸੀਂ ਆਪਣੇ ਵਿਚਾਰ ਸੁਣਾਓ, ਤਾਂ ਫਿਰ ਉਹੀ ਜੋ ਪਹਿਲੇ ਦੀ ਉਹਨਾਂ ਦੀ ਮਾਨਤਾ ਉਹੀ ਉਹਨਾਂ ਦੇ ਮੁਖ ਤੋਂ ਨਿਕਲਦੀ ਹੈ। ਤੇ ਇਸ ਕਰਕੇ ਅਗਰ ਕੋਈ ਕਰਨ ਨੂੰ ਤਿਆਰ ਹੈ ਸਾਨੂੰ ਬੜੀ ਖੁਸ਼ੀ ਹੋਏਗੀ, ਲੇਕਿਨ ਇਹ ਨਹੀਂ ਕਹਿ ਸਕਦੇ ਕਿ ਜੱਜ ਸਾਹਿਬ ਨੇ ਇਹ ਕਰ ਦਿੱਤਾ ਅਗਰ ਨਿਰਣੈ ਤੇ ਉਹਨੂੰ ਦੁਨੀਆ ਮੰਨ ਲਏਗੀ। ਰਿਲੀਜਨ ਦੀ ਗੱਲ ਹੀ ਇਹੋ ਜਿਹੀ ਹੈ ਕਿ ਇਹਦੇ 'ਚ ਹਰ ਇੱਕ ਦੀ ਆਪਣੀ ਮਾਨਤਾ, ਭਾਰਤ 'ਚ ਖਾਸ ਕਰ, ਹੋਰ ਦੂਜੇ ਦੇਸ਼ਾਂ 'ਚ ਤੇ ਉਹਨਾਂ ਦੇ ਜਿਹੜਾ ਧਰਮ ਹੋਏਗਾ ਉਹ ਧਰਮ ਪਿਤਾ ਨੂੰ ਮੰਨਦੇ ਨੇ। ਕ੍ਰਿਸਚਨ ਹੋਣਗੇ ਤਾਂ ਕ੍ਰਾਈਸਟ ਨੂੰ ਮੰਨਣਗੇ, ਇਸਲਾਮ ਹੋਏਗਾ ਤੇ ਇਸਲਾਮ ਦਾ ਜੋ ਧਰਮ ਸਥਾਪਕ ਹੈ ਉਹਨੂੰ ਮੰਨਣਗੇ ਜਾਂ ਮੁਹੰਮਦ ਨੂੰ ਮੰਨਣਗੇ। ਲੇਕਿਨ ਭਾਰਤ ਵਾਸੀ ਜਿਹੜੇ ਹੈ ਉਹ ਕੀ ਕਹੀਏ ਅਸੀਂ, ਹੈ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੇ ਸਭ। ਲੇਕਿਨ ਹੁਣ ਦੇਵੀ ਦੇਵਤਿਆਂ ਵਾਲੇ ਗੁਣ ਨਹੀਂ ਹੈਗੇ ਤੇ ਆਪਣੇ ਆਪ ਨੂੰ ਹਿੰਦੁਸਤਾਨ 'ਚ ਰਹਿਣ ਕਰਕੇ ਇਹ ਵੀ ਦੂਸਰਿਆਂ ਨੇ ਨਾਂ ਦਿੱਤਾ ਹੋਇਆ ਹਿੰਦੁਸਤਾਨ। और फिर हिंदू कहलाते अपने आप जी। सवाल उठता है कि हिंदू धर्म ਜਿਹੜਾ ਉਹ ਸਥਾਪਨ ਕਿਨ ਕੀਤਾ ਜੀ? ਧਰਮ ਪਿਤਾ ਕੌਣ ਹੈ ਹਿੰਦੂ ਧਰਮ ਦਾ? ਉਹ ਕੋਈ ਨਹੀਂ ਦੱਸ ਸਕਦਾ। ਹੁਣ ਸਮਝ ਆਉਂਦਾ ਹੀ ਕਿ ਨਿਰਾਕਾਰ ਪਰਮਾਤਮਾ ਸ਼ਿਵ ਨੇ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੀ ਸਥਾਪਨਾ ਕੀਤੀ ਸੀ। ਉਸ ਦਾ ਇਹ ਨਾਮ ਬਾਅਦ 'ਚ परिवर्तित होकर के हिंदू धर्म हो गया जी। ਤੇ ਇਸ 'ਚ ਇੱਕ ਗੱਲ ਇਹ ਵੀ ਆਉਂਦੀ ਕਿ ਇੱਕ ਕੋਈ ਪੁਰਾਣੀ ਇੱਕ ਗੱਲ ਹੈ ਕਿ ਮੰਮਾ ਨੂੰ ਕੋਰਟ 'ਚ ਪੇਸ਼ ਕੀਤਾ ਹੋਇਆ ਥਾ, ਉਹ ਕਿਹਦੇ ਵਾਸਤੇ? वो फिर लंबी कहानी है जी। क्योंकि वो शुरुआत सी ओम मंडली की स्थापना हुई सी जी। और उस वेले
ਸਮਾਜ ਦੇ ਕੁਝ ਲੋਕ ਹੂੰ ਉਹਨਾਂ ਨੂੰ ਉਹ ਪਸੰਦ ਨਹੀਂ ਸੀ, ਕਿਉਂਕਿ ਜਿਹੜੀ ਸਥਾਪਨਾ ਦਾ ਕਾਰਜ ਸ਼ੁਰੂ ਹੋਇਆ ਉਹਦੇ ਵਿੱਚ ਪਰਮਾਤਮਾ ਦੀ ਸ਼੍ਰੀਮਤ ਦੇ ਅਨੁਸਾਰ ਬ੍ਰਹਮਾ ਬਾਬਾ ਨੇ ਜੋ ਆਪਣਾ ਟਰਸਟ ਬਣਾਇਆ ਸੀ, ਉਹ ਉਹਦੇ ਜਿੰਨੇ ਵੀ ਟਰਸਟੀ ਹੈਗੇ ਸੀ ਤੇ ਉਹ ਭੈਣਾਂ ਨੂੰ ਬਣਾਇਆ। ਜੀ 3 ਮਾਤਾ ਤੇ 5 ਕੁਮਾਰੀਆਂ ਸੀ। ਹੂੰ ਤੇ ਉਹ ਲੋਕਾਂ ਦੇ ਦਿਲ ਗਲੇ ਤੋਂ ਉਹ ਗੱਲ ਉਤਰਦੀ ਨਹੀਂ ਸੀ, ਇਸ ਕਰਕੇ ਥੋੜੀ ਮਿਸਅੰਡਰਸਟੈਂਡਿੰਗ ਸੀ। ਔਰ ਉਹਦੇ ਵਾਸਤੇ ਫਿਰ ਕੋਈ ਐਵੀਡੈਂਸ ਵਾਸਤੇ ਮੰਮਾ ਨੂੰ ਹੂੰ ਕੋਰਟ 'ਚ ਜਾਣਾ ਪਿਆ ਸੀ, ਜੀ ਜੀ ਕਿਉਂਕਿ ਮੰਮਾ ਹੈਡ ਆਫ ਦੀ ਇੰਸਟੀਟਿਊਸ਼ਨ ਸੀ, ਪ੍ਰੈਜ਼ੀਡੈਂਟ ਸੀ। ਤੇ ਉੱਥੇ ਮੰਮਾ ਨੂੰ ਜਦੋਂ ਕਿਹਾ ਕਿ ਤੁਸੀਂ श्रीमद् भगवद गीता ते हथ रख करके और कसम उठाओ कि ईश्वर नू हाज़र नाज़र समझ करके मैं जो भी बोलांगी सच बोलांगी। ਉਹਦੇ ਉੱਪਰ थोड़ी डायलॉग चली सी कि ईश्वर हाजिर नाजर किस तरह मानना। जी ਤੇ ਉਹ ਫਿਰ ਗੱਲ ਬੜੀ ਲੰਬੀ ਚਲੀ ਸੀ, ਕੋਰਟ 'ਚ ਕੇਸ ਚੱਲਿਆ ਸੀ। ਜੀ 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 ਉਹ ਤਾਂ ਠੀਕ ਹੈ ਜੀ। ਤੇ ਅਗਲਾ ਪ੍ਰਸ਼ਨ ਸਾਡਾ ਇਹ ਹੈ ਕਿ ਨਾ ਚਾਹਤੇ ਹੋਏ ਵੀ क्या ਅਸੀਂ ਆਪਣੇ ਆਪ ਨੂੰ ਸਵੈ ਪਰਿਵਰਤਨ ਕਰ ਸਕਦੇ? ਨਾ ਚਾਹਤੇ ਹੋਏ। ਹਾਂ ਮਤਲਬ ਕਿਉਂਕਿ ਅਸੀਂ ਚਾਹੁੰਦੇ ਕਿ ਅਸੀਂ ਪਰਿਵਰਤਨ ਹੋ ਜਾਏ, ਲੇਕਿਨ ਹੁੰਦੇ ਵੀ ਅਸੀਂ ਪਰਿਵਰਤਨ ਨਹੀਂ ਹੋ ਪਾਉਂਦਾ। ਇਹ ਕਿਉਂ ਹੁੰਦਾ? ਬੜੀ ਸਿੱਧੀ ਜੀ ਗੱਲ ਹੈ, ਵਿਲ ਪਾਵਰ ਦੀ ਕਮੀ ਹੈ। ਇਸ ਕਰਕੇ ਆਪਣਾ ਥੋੜਾ ਜਿਹਾ ਵਿਚਾਰ ਸਾਗਰ ਮੰਥਨ ਕਰਕੇ ਜੋ ਕਮੀ ਹੈ ਉਹਨੂੰ ਦੂਰ ਕਰਨਾ ਜ਼ਰੂਰੀ ਹੈ। ਕਮੀ ਕੀ ਆ ਸਾਡੀ 5 ਵਿਕਾਰਾਂ ਦੀ ਹੋ ਸਕਦੀ, ਕਿਆ ਹੋਰ ਵੀ? ਨਿਸ਼ਚੇ ਦੀ ਅਗਰ ਤੁਸੀਂ ਦ੍ਰਿੜ ਨਿਸ਼ਚੇ ਰੱਖਿਆ ਹੀ ਕਿ ਜੋ ਤੁਹਾਨੂੰ ਗਿਆਨ ਮਿਲ ਰਿਹਾ ਹੀ ਇਹ ਪਰਮਾਤਮਾ ਪਿਤਾ ਦੇ ਰਿਹਾ ਹੀ ਔਰ ਉਹਨਾਂ ਦੀ ਸ਼੍ਰੀਮਤ ਹੈ, ਉਹਨਾਂ ਦੀ ਸ਼੍ਰੀਮਤ ਹੈ ਬਈ ਇਹਨਾਂ 5 ਵਿਕਾਰਾਂ ਨੂੰ ਤਿਆਗ ਕਰਨਗੇ ਉਹ ਤਾਂ ਹੀ ਤੁਸੀਂ ਮਨੁੱਖ ਤੋਂ ਦੇਵਤਾ ਬਣ ਸਕਦੇ। ਤੇ ਜੇ ਤੁਸੀਂ ਉਹਨਾਂ ਦੀ ਆਗਿਆ ਤੇ ਚਲੋ ਤੇ ਦੇਵਤਾ ਬਣ ਜਾਣਗੇ ਉਹ। ਔਰ ਅਗਰ ਤੁਸੀਂ ਮਾਇਆ ਦੇ ਮੁਰੀਦ ਹੈਗੇ ਹੋ, ਬਾਰ-ਬਾਰ ਉਹ 5 ਵਿਕਾਰਾਂ ਰੂਪੀ ਮਾਇਆ ਜਿਹੜੀ ਹੈ ਉਹ ਤੁਹਾਨੂੰ ਗਲਤ ਰਸਤੇ ਤੇ ਲੈ ਜਾਣਾ ਚਾਹੁੰਦੀ ਹੈ, ਤਾਂ ਫਿਰ ਭਗਵਾਨ ਕੀ ਕਰੇਗਾ ਉੱਥੇ? ਉਹ ਵੀ ਕਹੇਗਾ ਠੀਕ ਹੈ पहले अपना हिसाब किताब पूरा कर लो, फिर आ जाना, मैं फिर संभाल लांगा तुम। जी ਬਿਲਕੁਲ। ਤੇ ਬਾਬਾ ਕਹਿੰਦੇ ਕਿ ਸਦਾ ਉੜਦੀ ਕਲਾ ਚ ਰਹੋ, ਤਾਂ ਉੜਦੀ ਕਲਾ ਕਿਆ ਹੈ ਤੇ ਉਸ ਦਾ ਅਨੁਭਵ ਕੀ ਹੈ ਔਰ ਉਸ ਦਾ ਕਿਆ ਪੁਰਸ਼ਾਰਥ ਅਸੀਂ ਕਰ ਸਕਦੇ? ਇੱਕ ਪ੍ਰਸ਼ਨ ਆਇਆ ਲੁਧਿਆਣਾ ਤੇ ਇੱਕ ਭਾਈ ਹੈ ਉਹ ਬੋਲਦੇ ਉੜਦੀ ਕਲਾ ਦਾ ਮਤਲਬ ਹੀ ਹੈ ਕਿ ਤੁਸੀਂ ਆਪਣੇ ਮਨ 'ਚ ਇਹ ਪੱਕਾ ਸੋਚੋ ਕਿ ਤੁਸੀਂ ਸਰੀਰ ਨਹੀਂ ਹੈਗਾ। ਸਰੀਰ ਤੇ ਉੜਦਾ ਨਹੀਂ ਹੈ, ਪਰ ਇਹ ਤੇ ਤੁਹਾਨੂੰ ਪਤਾ ਹੀ ਕਿ ਜਦੋਂ ਕੋਈ ਸਰੀਰ ਛੱਡਦਾ ਹੀ ਤੇ ਕੀ ਕਹਿੰਦੇ ਆ, ਆਤਮਾ ਚਲੀ ਗਈ, ਆਤਮਾ ਉੜ ਗਈ।
जी। आत्मा, कोई कहेगा भगवान के पास चली गई, कोई कहेगा स्वर्ग च चली गई, आत्मा नूं कहा जाता। हम्म। तो पहले ये पक्का चाहिए कि भाई जाएगा कौन। तो अज ये सानू सोल कॉन्शियसनैस जी, आत्म सिमरती जी, वो जो पक्की हो जाती है तो ये ख्याल चलता है कि असी अपने संकल्प शक्ति नाल, विचार शक्ति नाल, भावें इत्थे बैठे हैं पर असी अपना मन जिहड़ा ही वो उपर परम धाम च ले जाने, शिव बाबा दे नाल मन मना भाव हो जाने। और उस करके वो जिहड़ा अनुभव उस वेले दा हुंदा ही वो बड़ा लाइट हुंदा ही जी। और बड़ा ही सुकून मिलता उहदे च। क्योंकि देह दी दुनिया तो जिन्ना आत्मा अपने सिमरती से दूर रहिंदी है ते देह दी दुनिया दा कोई रिएक्शन नहीं फील होंदा। ऊपर परमधाम निवासी बन के बिल्कुल शांत और ज्योतिर्मय, वो दुनिया भी ज्योति दी है, उहदे च आत्मा भी ज्योति स्वरूप है, पिता परमात्मा भी ज्योति स्वरूप है, बड़े लाइट ने ते लाइट होंगे ना। बिल्कुल ते बिल्कुल। वो जदों उहदे बारे सोचते हैं तो उस वेले फील हुंदा ही अंदर मन च फील हुंदा असी बिल्कुल लाइट स्वरूप है। और फिर शरीर च वापस आने तो फिर थोड़ा आहिस्ता आहिस्ता जीवात्मा नूं अपना फिर इस दुनिया का भी अनुभव होता है। जी 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 जी। ते बुद्ध परमात्मा ਦੇ ਵਿਸ਼ੇ 'ਚ ਮੌਨ थे। जैन लोग परमात्मा ਨੂੰ ਇੱਕ नहीं ਮੰਨਦੇ थे। तो इन दोनों 'ਚ ਕੀ फर्क है? ਤੁਸੀਂ ਇਹਦੇ ਚ ਨਾ ਜਾਓ ਤੇ ਅੱਛਾ, क्योंकि वो समझण वास्ते बहुत कुछ पढ़ना पेगा, सोचना पेगा, तपस्या करनी पेगी, जिस तरह उन्हों दी पद्धति हैगी। तो क्या वो शिव ਨੂੰ ਮੰਨ ਸਕਦੇ अगर फाइनली अगर एक पूछा जाए तो ਤੁਹਾਨੂੰ खुश करने वास्ते कह देंगे हाँ जी। अच्छा। बाकी अपनी मान्यता च ही चलते हैं सब। जो उन्होंने धर्म पिता ने जो वो अपना उपदेश दिता ही ਉਹਦੇ अनुसार ही चलते हैं वो सब। अहीं कई यार बुद्धिस्ट कुछ ਇਹੋ ਜਿਹੇ स्कॉलर्स नाल इंटरैक्ट किया ही जी। तो वो देखा ही कि तुहाडी गल नूं भी बड़ा एप्रीशिएट करनगे, पर जदों उन्होंने कहणगे तुसी कि तुसी अपना कुछ सुनाओ तो वो अपने बुद्ध धर्म के अनुसार ही जो मान्यता है वो ही सुनाओगे जी। कोई चेंज नहीं होंदा। बड़े पक्के होंदे आ, कट्टर कट्टर जी। ते ये तो थोड़ी बहुत गल हुई ते आध्यात्मिक ज्ञान क्या होंदा? ये तो असी चलो भक्ति मार्ग दा फल बोलदे कि ज्ञान मिलिया। वो ज्ञान जिहदे च आत्मा दी उन्नति हुंदी है, आत्मा डिवेलप हुंदी है, आत्मा च दैवी गुण धारण हुंदे है, आत्मा च ईश्वरी ज्ञान धारण हुंदा ही। तो वो जिहड़ियां गल्लां हैगियां जिस नाल आत्मा दा आत्म ज्ञान वधदा ही ਉਹਨੂੰ ਕਹਿੰਦੇ आध्यात्मिक ज्ञान। ठीक है। ये बाहरले ਜਿਹੜੇ ਲੋਕੀ है ਜਿਹਨੂੰ बोलते हैं ज्ञान प्राप्त नहीं हो गया वो भी आध्यात्मिक ज्ञान सुना सकते? फिर वो इतने बड़े बड़े ग्रंथ लेके बैठते हो उन्होंने क्या बोलोगे फिर?
ਉਹ ਗ੍ਰੰਥ ਸਾਹਿਬ 'ਚ ਆਪਣਾ ਗਿਆਨ ਜੋ ਹੈ ਉਹਦੇ 'ਚ ਅਧਿਆਤਮਿਕਤਾ ਤੇ ਮਿਕਸਡ ਹੈ ਹੀ ਹੈ ਨਾ, ਹੂੰ ਉਹ ਤਾਂ ਹੁੰਦੀ ਹੈ। ਉਹ ਤਾਂ ਹੁੰਦੀ ਹੈ। ਲੇਕਿਨ ਹੁਣ ਉਸ ਚੀਜ਼ ਨੂੰ ਕੋਈ ਉਸ ਖਿਆਲ ਨਾਲ ਪੜ੍ਹੇ, ਉਹਦਾ ਸਾਰ ਉਹ ਸਮਝਣ ਦੀ ਕੋਸ਼ਿਸ਼ ਕਰੇ। ਲੋਕ ਤੇ ਜਿਹੜੇ ਗ੍ਰੰਥ ਪੜ੍ਹਦੇ ਆ ਨਾ, ਜੀ ਤਾਂ ਉਹ ਸਮਝਦੇ ਆ ਬਸ ਅਸੀਂ ਤਾਂ ਗੁਰਬਾਣੀ ਪੜ੍ਹਨੀ ਹੈ, ਹੂੰ ਰੋਜ਼ ਪੜ੍ਹਨੀ ਹੈ, ਇੰਨੀ ਵਾਰ ਪੜ੍ਹਨੀ ਹੈ। ਸੁਣਿਆ, ਜੀ ਕੋਈ ਕਹੇਗਾ 5 ਪੌੜੀ ਪੜ੍ਹ ਲਓ, ਰੋਜ਼ 5 ਪੌੜੀ ਦਾ ਅਭਿਆਸ ਕਰਦੇ ਰਹੋ। ਹੂੰ ਲੇਕਿਨ ਜਦੋਂ ਗਿਆਨਵਾਨ ਆਤਮਾ ਕੋਈ ਹੋਏਗੀ, ਉਹ ਤਾਂ ਜੋ ਵੀ ਗ੍ਰੰਥ ਪੜ੍ਹਨਗੇ, ਜਿਸ ਵੀ ਧਰਮ ਦਾ ਧਰਮ ਗ੍ਰੰਥ ਪੜ੍ਹਨਗੇ, ਹੂੰ ਉਸ ਦੀ ਗਹਿਰਾਈ 'ਚ ਜਾਣਗੇ ਉਹਦਾ ਅਰਥ ਕੀ ਹੈ, ਹੂੰ ਆਪਣੇ ਜੀਵਨ 'ਚ ਕਿਸ ਤਰ੍ਹਾਂ ਲਿਆਉਣਾ ਹੈ, ਔਰ ਫਿਰ ਉਹਦੇ ਅਨੁਭਵ ਦੇ ਆਧਾਰ 'ਤੇ ਫਿਰ ਦੂਜਿਆਂ ਨੂੰ ਵੀ ਉਹਦਾ ਲਾਭ ਮਿਲਣਾ ਚਾਹੀਦਾ, ਅਤੇ ਉਹ ਪ੍ਰਚਾਰ ਕਰਦੇ ਆ ਫਿਰ। ਜੀ 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 ਭਾਜੀ, ਤੁਸੀਂ ਅੱਜ ਸਾਨੂੰ ਸਦਾ ਉੜਦੀ ਕਲਾ ਦਾ ਇੱਕ ਪ੍ਰਸ਼ਨਾਂ ਦਾ ਹੱਲ ਦਿੱਤਾ। ਕਿਆ ਤੁਸੀਂ ਸਾਨੂੰ 2 ਜਾਂ 3 ਮਿੰਟ ਉੜਦੀ ਕਲਾ ਦੇ ਬਾਰੇ 'ਚ ਕੁਝ ਯੋਗ ਕਰਾਉਂਗੇ? ओम शांति। आत्मा ज्योति स्वरूप है, और ਜਦੋਂ ਅਸੀਂ ਪਿਤਾ ਪਰਮਾਤਮਾ ਦੇ ਨਾਲ ਮਨ ਲਗਾਉਣਾ ਚਾਹੁੰਦੇ ਹਾਂ ਤੇ ਆਪਣੇ ਵਿਚਾਰਾਂ ਨੂੰ ਸਭ ਤਰਫੋਂ ਹਟਾ ਕੇ ਇੱਕ ਜੋਤੀ ਸਰੂਪ ਪਰਮ ਪਿਤਾ ਪਰਮਾਤਮਾ ਨੂੰ ਆਪਣੇ ਮਨ ਪਟਲ ਤੇ ਦੇਖਣਾ, ਦਿਲ ਹੀ ਦਿਲ 'ਚ ਮਹਿਸੂਸ ਕਰਨਾ ਕਿ ਇਸ ਦੇਹ ਤੋਂ ਤੁਸੀਂ ਨਿਆਰੇ ਹੋ ਕਰਕੇ ਇੱਕ ਜੋਤੀ ਸਰੂਪ ਕੋ, ਜਾਂ ਰਾਤ ਨੂੰ ਜਿਸ ਤਰ੍ਹਾਂ ਤਾਰੇ ਦੇਖਦੇ ਆ, ਤੇ ਇਸ ਤਰ੍ਹਾਂ चेतन आत्मा रूपी तारे, डिवाइन लाइट, और ਉਹਦੇ 'ਚੋਂ ਸ਼ਕਤੀ ਹੈ, ਮਾਈਟ ਵੀ ਹੈ, ਦੋਨਾਂ ਦਾ ਇਸਤੇਮਾਲ ਕਰਦੇ ਹੋਏ ਆਪਣੇ ਮਨ ਨੂੰ ਪੂਰਾ ਪਰਮ ਪਿਤਾ ਪਰਮਾਤਮਾ ਸ਼ਿਵ ਦੇ ਸਰੂਪ 'ਤੇ ਕੇਂਦਰਿਤ ਕਰਨਾ। ਤੇ ਜੋ ਇਸ 5 ਤੱਤਵ ਦੀ ਦੁਨੀਆ ਤੋਂ ਆਪਣੇ ਮਨ 'ਚ ਇਹ ਖਿਆਲ ਕਰਕੇ ਕਿ ਮੈਂ ਉੜ ਕਰਕੇ ਇਹ ਚਾਂਦ ਤਾਰੇ ਸਭ ਨੂੰ ਪਿੱਛੇ ਛੱਡ ਕੇ ਔਰ ਆਪਣੇ ਪਰਮ ਧਾਮ 'ਚ ਜਾ ਕੇ ਸ਼ਿਵ ਬਾਬਾ ਦੇ ਕੋਲ ਨਿਵਾਸ ਕਰਾਂ। ਤੇ ਜਦੋਂ ਇਹ ਪਹਿਲੇ ਖਿਆਲਾਤ ਹੋਣਗੇ ਔਰ ਫਿਰ ਆਹਿਸਤਾ ਆਹਿਸਤਾ ਉਹਦਾ ਰਸ ਮਹਿਸੂਸ ਕਰਾਂਗੇ ਔਰ ਅਨੁਭਵ ਹੋਏਗਾ, ਤੇ ਉਹ ਇਤਨਾ ਆਪਣੇ ਆਪ ਨੂੰ ਤੁਸੀਂ ਲਾਈਟ ਸਰੂਪ, ਇਤਨਾ ਸ਼ਕਤੀ ਸਰੂਪ,
और इतना सुखद स्वरूप महसूस करो, क्योंकि आत्मा ਦਾ ਆਪਣਾ ਨਿੱਜੀ ਧਰਮ ਜਿਹੜਾ ਹੀ ਉਹ ਹੈ ਹੀ ਸੁਖ ਸਰੂਪ, ਉਹ ਹੈ ਹੀ ਸ਼ਾਂਤ ਸਰੂਪ। ਤੇ ਜਦੋਂ ਅਸੀਂ ਉਲਟੀ ਕਲਾ ਦਾ ਅਭਿਆਸ ਕਰਦੇ ਹਾਂ, ਇਹਦਾ ਮਤਲਬ ਹੀ ਇਹ ਹੈ ਕਿ ਦੇਹ ਸਹਿਤ ਦੇਹ ਦੇ ਸਭ ਸੰਬੰਧਾਂ ਤੋਂ ਬੁੱਧੀ ਯੋਗ ਹਟਾ ਕਰਕੇ स्वयं ਨੂੰ ਲਾਈਟ ਸਰੂਪ, ਬੀਜ ਸਰੂਪ, ਸਟਾਰ ਲਾਈਕ ਆਤਮਾ ਨਿਸ਼ਚੈ ਕਰਕੇ ਆਪਣੇ ਸਵੀਟ ਹੋਮ ਨੂੰ ਯਾਦ ਕਰੀਏ, ਜਿੱਥੋਂ ਅਸੀਂ ਆ ਕਰਕੇ ਇਸ ਧਰਤੀ ਤੇ ਆਪਣਾ ਪਾਰਟ ਵਜਾ ਰਹੇ ਹਾਂ। ਤੇ ਉਹ ਸਵੀਟ ਹੋਮ ਨੂੰ, ਕਿਉਂਕਿ ਉੱਥੇ ਸਭ ਦਾ परम प्रिय परम पिता परमात्मा ਦਾ ਨਿਵਾਸ ਹੈ, ਤੇ ਉੱਥੇ ਆਪਣੇ ਮਨ ਨੂੰ ਲੈ ਚਲੋ ਔਰ ਉੱਥੇ ਮਹਿਸੂਸ ਕਰੋ ਪਰਮਾਤਮਾ ਦੀ ਲਾਈਟ, ਪਰਮਾਤਮਾ ਦੀ ਮਾਈਟ, ਪਰਮਾਤਮਾ ਦਾ ਪਿਆਰ। ਆਤਮਾ ਨੂੰ ਉਹਦੇ ਪ੍ਰਕੰਪਨ ਕਿਸ ਤਰ੍ਹਾਂ ਇਤਨਾ ਮਿੱਠਾ ਮਿੱਠਾ ਅਨੁਭਵ ਕਰਾਉਂਦੇ ਨੇ। ਤੇ ਇਹ ਬੜਾ ਹੀ ਸੁਖਦ ਅਨੁਭਵ ਹੈ, ਬਹੁਤ ਹੀ ਸ਼ਾਂਤੀ ਦਾ ਅਨੁਭਵ ਹੈ। ਸਰੀਰ ਤੋਂ ਨਿਆਰੇ ਹੋਣਾ ਪੈਂਦਾ ਹੈ, ਲੇਕਿਨ ਪ੍ਰਭੂ ਦੇ ਪਿਆਰੇ ਬਣਨਾ ਪੈਂਦਾ।